ਵਾਹਿਗੁਰੂ 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 ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਦਾਈ ਕੂਏ ਤੁਰਾ ਮੈਲ ਬਾਦਸ਼ਾਹੀ ਨੇਸਤ, ਹਵਾਏ ਸਲਤਨਤੋ ਯੋਕੇ ਕਜ ਕੁਲਾਹੀ ਨੇਸਤ। ਹਰਹਾਂ ਕੇ ਮਮਲਕ ਤੇ ਦਿਲ ਗ੍ਰਿਫਤੋ ਸੁਲਤਾਨ ਸ਼ੁਦ, कसे के याफत तुरा हम चो ऊश पाही नेस्त। गदाए कुए तो बादशाह हद दूसरा सत, असीर खते तुरा हाजते रिहाई नेस्त। बेसुमार अथाह अगनत अतुलै, ज्यों बुलाव हो त्यों नानक दास बोलै। परम सत्कारयोग चवर तख्त छत्र दे मालिक, वाले कुल आलम पैगंबरे कायनात, सृष्टि रहबर धन धन साहिब श्री गुरु ग्रंथ साहिब जी महाराज, पातशाह जियां दे पावन हजूर चरण कमलों पास जुड़ बैठी गुरु रूप प्यारी साध संगत जी। आओ भाई एक दफा फिर महाराज जी दे हजूर लगवाइए हाजरियां। बड़े प्यार दे नाल दोवें हाथ जोड़ो, दोवें हाथ जोड़ गुरु साहिबानों सीस निवाउंदे होए बड़े प्यार दे नाल फतेह दी सांझ पाओ। आखो जी वाहिगुरु जी का खालसा वाहिगुरु जी की फतेह। सतगुर बंदी छोड़ है जीवन मुक्त करे ओडीना। बंदी छोड़ दाता गुरु हरगोबिंद साहिब जी, जिन्हां दे पावन इतिहास की कथा आपां ने आरंभ की है। कल तक आप जिया ने सरवण किया है चंदू चंद्रा। इनू इहदे कीते हुए पापां दा इतना क ज्यादा खौफ पैदा होया, छेवें पातशाह जी की शस्त्र विद्या, उन्हां दी सैना विच वड्डे वड्डे सूरमे, उन्हां दा दिल्ली तो उच्चा तख्त इहदियां जड़ा हिलाउण लग पिया। सारे सियाने कहण लग पे चंदू जिन्नी महानता छेवें पातशाह जी दी है, अज नहीं ते कल तैनू तेरी करनी दा फल जरूर देणगे। सो महाराज जियां दे महान स्वरूप तो, उन्हां दी बहादरी तो, उन्हां दे उच्चे तख्त तो खौफ खांदा होया चंदू दिन रात सोचन लग पिया, इहदे तो पहला छेवें पातशाह मैनू खत्म कर देन। कोई ना कोई चाल चलनी चाहिए है, पंचम पातशाह जी दे वांग छेवें पातशाह जी नूं भी खत्म किया जाए। इतिहास कहता है
ਚੰਦੂ ਨੇ ਜਹਾਂਗੀਰ ਦੇ ਨੇੜਲੇ ਅਹਿਲਕਾਰਾਂ ਨੂੰ ਰਿਸ਼ਵਤ ਦੇ ਕੇ ਖਰੀਦ ਲਿਆ ਵੀ ਜਦ ਕੋਈ ਵੀ ਗੱਲ ਹੋਵੇ ਤੁਸੀਂ ਸਾਰਿਆਂ ਨੇ ਮੇਰੀ ਹਾਮੀ ਭਰਨੀ ਹੈ। ਇਹਨੇ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਨੇ। ਜਹਾਂਗੀਰ ਨੇ ਚੰਦੂ ਦੀ ਗੱਲ ਦਾ ਕੋਈ ਬਹੁਤਾ ਜਵਾਬ ਨਹੀਂ ਦਿੱਤਾ, ਕਿਉਂ ਬਾਦਸ਼ਾਹ ਨੂੰ ਕੁਝ ਨਾ ਕੁਝ ਅਫਸੋਸ ਜ਼ਰੂਰ ਸੀ ਕਿ ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਪਹਿਲੇ ਅਸੀਂ ਕੋਈ ਨਿਰਣਾ ਨਹੀਂ ਕਰ ਸਕੇ, ਪੜਤਾਲ ਨਹੀਂ ਕਰ ਸਕੇ ਕਿ ਉਹਨਾਂ ਤੇ ਜਿਹੜੇ ਦੋਸ਼ ਆਇਦ ਹੋਏ ਨੇ ਉਹ ਸਹੀ ਨੇ ਜਾਂ ਗਲਤ ਨੇ। ਸੋ ਜਹਾਂਗੀਰ ਬਾਦਸ਼ਾਹ ਨੇ ਆਪਣੇ ਦੋ ਸਿਆਣੇ ਅਹਿਲਕਾਰ ਵਜ਼ੀਰ ਖਾਂ ਔਰ ਕਿੰਚ ਬੇਗ ਇਹਨਾਂ ਦੇ ਨਾਲ ਸਲਾਹ ਕੀਤੀ ਹੈ ਕਿ ਤੁਹਾਡੀ ਕੀ ਰਾਏ ਹੈ। ਚੰਦੂ ਤੋਂ ਪਤਾ ਲੱਗਾ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਸਹਿਜ਼ਾਦਾ ਸਾਹਿਬਜ਼ਾਦਾ ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਉੱਚਾ ਤਖਤ ਬਣਾ ਲਿਆ, ਵੱਡੀ ਫੌਜ ਇਕੱਠੀ ਕਰ ਰਹੇ ਨੇ। ਅੱਜ ਨਹੀਂ ਤੇ ਕੱਲ ਦਿੱਲੀ ਦੇ ਤਖਤ ਨੂੰ ਕੂਚ ਕਰ ਸਕਦੇ ਨੇ, ਯੁੱਧ ਕਰ ਸਕਦੇ ਨੇ। ਸਾਨੂੰ ਇਹਦੇ ਬਾਰੇ ਪਤਾ ਕਰਨ ਦੇ ਲਈ ਫੌਜ ਭੇਜਣੀ ਚਾਹੀਦੀ ਹੈ ਜਾਂ ਕਿਸੇ ਸਿਆਣੇ ਮਨੁੱਖ ਨੂੰ ਭੇਜ ਕੇ ਸਤਿਗੁਰੂ ਜੀ ਨੂੰ ਇੱਥੇ ਬੁਲਾਇਆ ਜਾਵੇ। ਕਿਉਂ ਜੇ ਤੇ ਆ ਜਾਣਗੇ ਅਸੀਂ ਦਰਸ਼ਨ ਕਰਾਂਗੇ, ਜੇ ਸਾਡੇ ਸੱਦੇ ਨੂੰ ਠੁਕਰਾਉਂਦੇ ਨੇ ਤਾਂ ਵੀ ਪਤਾ ਚੱਲ ਜਾਵੇਗਾ ਉਹਨਾਂ ਦੇ ਮਨ ਵਿੱਚ ਕੀ ਹੈ। ਸੋ ਇਸ ਤਰ੍ਹਾਂ ਜਹਾਂਗੀਰ ਬਾਦਸ਼ਾਹ ਨੇ ਵਜ਼ੀਰ ਖਾਂ ਔਰ ਕਿੰਚ ਬੇਗ ਦੇ ਨਾਲ ਮਸ਼ਵਰਾ ਕੀਤਾ ਹੈ। ਇੱਥੋਂ ਤੱਕ ਆਪਾਂ ਨੇ ਕੱਲ ਇਤਿਹਾਸ ਦੀ ਲੜੀ ਸਰਵਨ ਕੀਤੀ। ਆਓ ਬੜੇ ਪਿਆਰ ਦੇ ਨਾਲ ਅਗਲੀ ਵਿਚਾਰ ਸਰਵਨ ਕਰੋ ਜੀ। ਇੱਕ ਦਫਾ ਪ੍ਰੇਮ ਸਹਿਤ ਉਚਾਰਨ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। पठो आप अब को उमराव, मिल ही जाए कर सहज सुभाव। ਬਾਦਸ਼ਾਹ ਦੀਆਂ ਵਿਚਾਰਾਂ ਸੁਣਨ ਤੋਂ ਬਾਅਦ ਵਜ਼ੀਰ ਖਾਂ ਔਰ ਕਿੰਚ ਬੇਗ ਨੇ ਕਿਹਾ ਸੀ, ਬਾਦਸ਼ਾਹ ਸਲਾਮਤ, ਚੰਦੂ ਦੁਸ਼ਟ ਆਤਮਾ ਹੈ, ਇਹ ਤੇ ਹਰ ਵੇਲੇ ਕੁਫਰ ਤੋਲਦਾ ਹੈ। ਗੁਰੂ ਘਰ ਦੀ ਜਿੰਨੀ ਵਡਿਆਈ ਹੈ, ਕੋਈ ਵੀ ਸਿਆਣਾ ਮਨੁੱਖ ਇੱਕ ਵੀ ਗੁਨਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵਿੱਚ ਨਹੀਂ ਕੱਢ ਸਕਦਾ, ਜਿਹੜੇ ਸਾਡੇ ਰਾਜ ਭਾਗ ਵਿੱਚ ਸਾਡੀ ਕੈਦ 'ਚ ਸ਼ਹੀਦ ਹੋ ਗਏ। ਹੁਣ ਚੰਦੂ ਛੇਵੇਂ ਪਾਤਸ਼ਾਹ ਜੀ ਦੇ ਖਿਲਾਫ ਆਪ ਜੀ ਦੇ ਨਾਲ ਇਸ ਤਰ੍ਹਾਂ ਦੇ ਬਚਨ ਕਰਦਾ ਹੈ। ਉਹ ਆਪ ਜੀ ਦੇ ਨਾਲ ਜੋ ਵੀ ਵਿਚਾਰ ਉਹਨੇ ਛੇਵੇਂ ਪਾਤਸ਼ਾਹ ਬਾਰੇ ਕੀਤੀ ਹੈ, ਚੰਦੂ ਦੁਸ਼ਟ ਨੀਤੀ ਦਾ ਹੈ, ਇਹਦੀਆਂ ਗੱਲਾਂ ਦਾ ਯਕੀਨ ਨਹੀਂ ਕੀਤਾ ਜਾ ਸਕਦਾ। ਹਾਂ, ਜੇ ਫਿਰ ਵੀ ਤੁਹਾਡੇ ਮਨ ਵਿੱਚ ਕੋਈ ਸੰਸਾ ਹੈ ਤਾਂ ਫਿਰ ਪਠੋ ਆਪ ਅਬ ਕੋ ਉਮਰਾਵ, ਮਿਲਹਿ ਜਾਏ ਕਰ ਸਹਿਜ ਸੁਭਾਵ। ਕਿਸੇ ਹਾਕਮ ਨੂੰ ਭੇਜੋ ਜਿਹੜਾ ਸਹਿਜ ਸੁਭਾਅ ਨਾਲ, ਪ੍ਰੇਮ ਦੇ ਨਾਲ ਜਾ ਕੇ ਗੁਰੂ ਸਾਹਿਬ ਜੀ ਨੂੰ ਮਿਲੇ। ਬਿਨੈ ਬਖਾਨੇ ਤੁਮਰੀ ਦਿਸਤੇ, ਹੋਏ ਪ੍ਰਸੰਨ ਚਿਤ ਆਵੇ ਜਿਸ ਤੇ। ਜਿਹੜਾ ਜਾ ਕੇ ਗੁਰੂ ਜੀ ਨੂੰ ਮਿਲੇ, ਤੁਹਾਡੇ ਵੱਲੋਂ ਉਹਨਾਂ ਨੂੰ ਬੇਨਤੀ ਕਰੇ ਔਰ ਇਤਨੇ ਪਿਆਰ ਨਾਲ ਬੇਨਤੀ ਕਰੇ ਕਿ ਪ੍ਰਸੰਨ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਉਣ ਦੇ ਲਈ ਰਾਜੀ ਹੋ ਜਾਵਨ। ਪ੍ਰਥਮ ਪਿਤਾ ਤਿਨ ਕੋ ਚਲ ਆਇਓ, ਜਿਉ ਕਿਉ ਕਰ ਤਨ ਕੋ ਤਜਵਾਇਓ। ਪਹਿਲਾਂ ਉਹਨਾਂ ਦੇ ਪਿਤਾ ਜੀ ਨੂੰ ਵੀ ਇਸੇ ਤਰ੍ਹਾਂ ਰਾਜ ਦਰਬਾਰ ਦਾ ਸੱਦਾ ਗਿਆ ਸੀ। ਉਹ ਆਏ, ਉਹਨਾਂ ਦੇ ਪ੍ਰਾਣਾਂ ਦੀ ਹਾਨੀ ਹੋਈ, ਕਿਉਂਕਿ ਕੈਦ ਵਿੱਚ ਹੀ ਜੋਤੀ ਜੋਤ ਸਮਾ ਗਏ ਸਨ, ਸਰੀਰ ਕਰਕੇ ਵਾਪਸ ਨਹੀਂ ਸਨ ਗਏ। ਸੋ ਇਹ ਸਾਰੀਆਂ ਗੱਲਾਂ ਸਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ। ਨਾਹੀਂ ਤਾਂ ਕੋਪ ਕਰਹਿ ਦੇ ਸਰਾਪ, ਕਹਿਓ ਸਫਲ ਹੋਏ ਜਾਨੋ ਆਪ। ਤੁਸੀਂ ਇਹ ਜਾਣਦੇ ਹੋ ਕਿ ਗੁਰੂ ਨਾਨਕ ਦੀ ਗੱਦੀ ਭਾਰੀ ਬਰਕਤ ਵਾਲੀ ਹੈ।
ਜਿਹੜਾ ਉਸ ਗੱਦੀ ਤੇ ਬਿਰਾਜਮਾਨ ਹੈ ਉਹਦੇ ਬੋਲ ਖੁਦਾ ਵੀ ਨਹੀਂ ਮੋੜ ਸਕਦਾ, ਉਹਨਾਂ ਦੇ ਬੋਲ ਅਟਲ ਹੁੰਦੇ ਨੇ। ਇਸ ਲਈ ਕੋਈ ਇੰਨਾ ਸਿਆਣਾ ਪੁਰਖ ਭੇਜਿਆ ਜਾਵੇ ਜਿਹੜਾ ਪਿਆਰ ਦੇ ਨਾਲ ਸਾਰੀ ਵਾਰਤਾਲਾਪ ਕਰੇ। ਇਹ ਨਾ ਹੋਵੇ ਕਿਧਰੇ ਮਹਾਰਾਜ ਜੀ ਕਿਸੇ ਗੱਲ ਤੇ ਸਰਾਪ ਦੇ ਦੇਣ, ਕੋਈ ਐਸਾ ਬਚਨ ਕਰ ਦੇਣ ਜਿਸ ਨਾਲ ਸਾਡੇ ਰਾਜ ਭਾਗ ਧਨ ਮਾਲ ਦੀ ਹਾਨੀ ਹੋਵੇ ਜੀ। ਸੁਨ ਕਰ ਸ਼ਾਹੋ ਖਾਨ ਕੇ ਬੈਨ, ਕਰਿਓ ਸਰਾਹਨ ਤੂੰ ਮਤ ਐਨ। ਬਾਦਸ਼ਾਹ ਨੇ ਜਦੋਂ ਇਹ ਸਾਰੀ ਵਜ਼ੀਰ ਖਾਨ ਦੀ ਗੱਲ ਸੁਣੀ, ਬੜੀ ਸ਼ਲਾਘਾ ਕੀਤੀ ਕਿ ਤੇਰੀਆਂ ਗੱਲਾਂ ਬਹੁਤ ਹੀ ਸੱਚੀਆਂ ਔਰ ਚੰਗੀਆਂ ਹਨ। ਅਪਰ ਸਭਾ ਕੇ ਮਾਨਵ ਬ੍ਰਿੰਦ, ਕਹੇ ਤਬਾ ਜਿਮ ਭਾਖੇ ਚੰਦ। ਪਰ ਅਸੀਂ ਹੋਰ ਕਿਹੜੇ ਹਾਕਮ ਨੂੰ ਭੇਜ ਸਕਦੇ ਹਾਂ? ਅਪਰ ਸਭਾ ਕੇ ਮਾਨਵ ਬ੍ਰਿੰਦ, ਹੋਰ ਜਿੰਨੇ ਵੀ ਸਭਾ ਦੇ ਮਨੁੱਖ ਨੇ ਉਹ ਸਾਰੇ ਤੇ ਚੰਦੂ ਦਾ ਪੱਖ ਪੂਰਦੇ ਨੇ। ਇਹ ਗੱਲ ਬਾਦਸ਼ਾਹ ਨੂੰ ਵੀ ਪਤਾ ਹੈ, ਕਿਉਂਕਿ ਚੰਦੂ ਤੋਂ ਸਾਰਿਆਂ ਨੇ ਰਿਸ਼ਵਤ ਲਈ ਸੀ ਤੇ ਸਾਰੇ ਚੰਦੂ ਦੀ ਹਾਂ ਵਿੱਚ ਹਾਂ ਮਿਲਾਉਂਦੇ ਸੀ। ਸੋ ਬਾਦਸ਼ਾਹ ਕਹਿਣ ਲੱਗਾ ਵੀ ਉਹ ਤੇ ਸਾਰੇ ਚੰਦੂ ਦੀ ਹੀ ਗੱਲ ਬੋਲਦੇ ਹਨ। ਇਸ ਕਾਰਨ ਤੇ ਭੇਜਨ ਤੇਰੋ, ਹੈ ਨੀ ਕੋ ਨਿਰਣੈ ਕਰ ਹੇਰੋ। ਇਸ ਕਰਕੇ ਅਸੀਂ ਤੈਨੂੰ ਭੇਜਾਂਗੇ ਵਜ਼ੀਰ ਖਾਂ, ਅਸੀਂ ਤੈਨੂੰ ਭੇਜਾਂਗੇ, ਤੂੰ ਜਾ ਕੇ ਗੁਰੂ ਸਾਹਿਬ ਜੀ ਨੂੰ ਮਿਲ, ਸਾਰੀ ਗੱਲ ਬਾਤ ਕਰ ਔਰ ਇਸ ਪ੍ਰਕਾਰ ਤੂੰ ਜਾ ਕੇ ਚੰਗਾ ਨਿਰਣਾ ਕਰਕੇ ਵੇਖ। ਜਿਮ ਪ੍ਰਸੰਨ ਹੋਏ ਕਰ ਚੱਲਿਆ ਵਹਿ, ਪਾਵਨ ਦਰਸ਼ਨ ਆਪਨ ਦਿਖਾਵੇ। ਔਰ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੇ ਨਾਲ ਮੁਲਾਕਾਤ ਹੋਵੇ ਤੇਰੀ, ਜਿਹਦੇ ਤੋਂ ਪ੍ਰਸੰਨ ਹੋ ਕੇ ਮਹਾਰਾਜ ਜੀ ਆਪ ਚੱਲ ਕੇ ਆਉਣ ਔਰ ਸਾਨੂੰ ਪਾਵਨ ਦਰਸ਼ਨ ਦੇਵਨ। ਇਸਕੇ ਸਾਹਮਣੇ ਨੀਕੀ ਔਰ, ਕਹੇ ਨ ਰਿਸ ਕਰ ਕੁਛ ਤਿਸ ਠੌਰ। ਇਹਦੇ ਬਰਾਬਰ ਹੋਰ ਕੋਈ ਗੱਲ ਚੰਗੀ ਨਹੀਂ ਹੋ ਸਕਦੀ ਕਿ ਗੁਰੂ ਸਾਹਿਬ ਜੀ ਕੋਈ ਇਸ ਤਰ੍ਹਾਂ ਦਾ ਬਚਨ ਨਾ ਕਹਿ ਦੇਣ। ਕਿਉਂ? ਪਤਾ ਸੀ ਵੀ ਸਾਡੇ ਰਾਜ ਭਾਗ ਵਿੱਚ ਪੰਚਮ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਹੈ। ਸੋ ਇਹ ਸਾਰੇ ਡਰਦੇ ਵੀ ਸਨ ਕਿ ਉਸ ਗੱਲੋਂ ਗੁਰੂ ਪਾਤਸ਼ਾਹ ਜੀ ਕੋਈ ਬਚਨ ਮੁਖ ਤੋਂ ਕਹਿ ਦੇਣ। ਇਸ ਲਈ ਬਾਦਸ਼ਾਹ ਕਹਿਣ ਲੱਗਾ ਵੀ ਗੁਰੂ ਮਹਾਰਾਜ ਜੀ ਬੜੇ ਪ੍ਰੇਮ ਦੇ ਨਾਲ ਮਿਲਣ, ਇੱਥੇ ਆਉਣ ਦੇ ਲਈ ਰਾਜੀ ਹੋ ਜਾਵਨ। ਇਹ ਸਾਰਾ ਕੁਝ ਹੋਵੇ ਤੇ ਇਹਦੇ ਨਾਲੋਂ ਹੋਰ ਕੋਈ ਚੰਗੀ ਗੱਲ ਨਹੀਂ ਹੋ ਸਕਦੀ। ਨਹੀਂ ਦੇਸ਼ ਮਹਿ ਦੋਂਦ ਉਠਾਵੇ, ਮਿਟੇ ਜੋ ਇਮ ਸੰਦੇਹ ਉਪਾਵੇ। ਸੋ ਇਸ ਪ੍ਰਕਾਰ ਕੋਈ ਕਿਸੇ ਵੀ ਤਰ੍ਹਾਂ ਦਾ ਝਗੜਾ ਖੜਾ ਨਾ ਹੋਵੇ। ਜਿਵੇਂ ਚੰਦੂ ਕਹਿ ਰਿਹਾ ਸੀ, ਉਹ ਫੌਜ ਇਕੱਠੀ ਕਰ ਰਹੇ ਨੇ, ਉਹ ਜੰਗ ਯੁੱਧ ਕਰਨਗੇ। ਇਸ ਤਰ੍ਹਾਂ ਦਾ ਬਾਦਸ਼ਾਹ ਕਹਿਣ ਲੱਗਾ ਕੋਈ ਝਗੜਾ ਨਾ ਹੋਵੇ। ਸਤਿਗੁਰੂ ਮਹਾਰਾਜ ਜੀ ਮਿਲਨ, ਦਰਸ਼ਨ ਦੇਣ, ਜੋ ਵੀ ਸੰਸੇ ਨੇ ਸਾਡੇ ਗਿਲੇ ਸ਼ਿਕਵੇ ਨੇ ਉਹ ਸਾਰੇ ਮਿਟ ਜਾਵਨ। ਮਿਲਬੋ ਪਾਕ ਪੀਰ ਕੋ ਹੋਏ, ਯਾਦ ਖੁਦਾਏ ਘਰੀ ਸ਼ੁਭ ਸੋਏ। ਸੋ ਜਿਸ ਵੇਲੇ ਸਾਡਾ ਉਹਨਾਂ ਦੇ ਨਾਲ ਮਿਲਾਪ ਹੋਵੇਗਾ ਖੁਦਾਈ ਰੂਪ ਨੇ, ਇਸ ਕਰਕੇ ਉਹ ਬੜੀ ਸ਼ੁਭ ਘੜੀ ਹੋਵੇਗੀ। ਜਾਂ ਤੇ ਬਾਤ ਇਸੀ ਬਿਦ ਨੀਕੀ, ਭਣੀ ਗਿਰਾ ਤੈ ਭਾਵਤ ਜੀ ਕੀ। ਇਸ ਕਰਕੇ ਇਸ ਤਰ੍ਹਾਂ ਹੀ ਚੰਗੀ ਗੱਲ ਹੈ ਜੋ ਤੂੰ ਸਾਰੀ ਮੇਰੇ ਮਨ ਭਾਉਂਦੀ ਗੱਲ ਕੀਤੀ ਹੈ ਕਿ ਗੁਰੂ ਸਾਹਿਬ ਜੀ ਨੂੰ ਪਿਆਰ ਦੇ ਨਾਲ ਮਿਲਿਆ ਜਾਵੇ, ਉਹਨਾਂ ਨੂੰ ਬੇਨਤੀ ਕੀਤੀ ਜਾਵੇ ਤਾਂ ਜੋ ਪ੍ਰਸੰਨ ਹੋ ਕੇ ਇੱਥੇ ਆਵਨ। ਹੋਤ ਭੋਰ ਕਛ ਲਿਹੋ ਅਕੋਰ, ਗਮਨ ਕਰਹੋ ਸਤਿਗੁਰ ਕੀ ਓਰ। ਸੋ ਸਵੇਰ ਹੋਣ ਤੇ ਹੀ ਕੁਝ ਨਜ਼ਰਾਨੇ ਲੈ ਲਵੋ, ਭੇਟਾਵਾਂ ਲੈ ਲਵੋ ਅਤੇ ਸਤਿਗੁਰੂ ਮਹਾਰਾਜ ਜੀਆਂ ਦੇ ਪਵਿੱਤਰ ਅਸਥਾਨਾਂ ਵੱਲ ਨੂੰ ਕੂਚ ਕਰੋ। ਕਰਤ ਪ੍ਰਸੰਨ ਇਤਹੇ ਕੋ ਲਿਆਵੋ, ਕਿੰਚ ਬੇਗ ਲੈ ਸੰਗ ਸਦਾਵੋ। ਤੇ ਗੁਰੂ ਮਹਾਰਾਜ ਜੀਆਂ ਨੂੰ ਪ੍ਰਸੰਨ ਕਰਕੇ ਇੱਥੇ ਲਿਆਓ। ਦਿੱਲੀ ਆਉਣ ਆ ਕੇ ਸਾਨੂੰ ਦਰਸ਼ਨ ਬਖਸ਼ਣ।
ਸੋ ਇਸ ਕਾਰਜ ਦੇ ਲਈ ਤੁਸੀਂ ਜਾਣਾ ਹੈ, ਨਾਲ ਕਿੰਚ ਬੇਗ ਨੂੰ ਲੈ ਲਵੋ। ਖਾਂ ਵਜ਼ੀਰ ਸੁਨ ਜਹਾਂਗੀਰ ਤੇ, ਹਰਖਿਓ ਜਾਣਿਓ ਮਿਲਨ ਪੀਰ ਤੇ। ਵਜ਼ੀਰ ਖਾਂ ਗੁਰੂ ਸਾਹਿਬ ਜੀ ਦੀ ਵੱਡੀ ਵਡਿਆਈ ਨੂੰ ਜਾਣਦਾ ਸੀ। ਕਹਿੰਦੇ ਨੇ ਮਨ ਹੀ ਮਨ ਦੇ ਵਿੱਚ ਵਜ਼ੀਰ ਖਾਂ ਬੜਾ ਹੀ ਪ੍ਰਸੰਨ ਹੋਇਆ ਹੈ, ਕਿਉਂਕਿ ਜਿਹੜਾ ਸਤਿਗੁਰੂ ਦੀ ਮਹਿਮਾ ਨੂੰ ਜਾਣਦਾ ਹੈ ਉਹਨੂੰ ਪਤਾ ਹੈ ਕਿ ਸਤਿਗੁਰੂ ਜੀ ਦੇ ਦਰਸ਼ਨ ਕਰਨੇ, ਇਹਦੇ ਤੋਂ ਵੱਡੀ ਦੁਨੀਆ ਤੇ ਕੋਈ ਦਾਤ ਨਹੀਂ ਹੈ, ਇਹਦੇ ਤੋਂ ਵੱਡੀ ਦੁਨੀਆ ਤੇ ਕੋਈ ਖੁਸ਼ੀ ਨਹੀਂ ਹੈ। ਮਨ ਹੀ ਮਨ ਵਿੱਚ ਵਜ਼ੀਰ ਖਾਂ ਬੜਾ ਪ੍ਰਸੰਨ ਹੋਇਆ ਏ। ਆਏ ਸਮਾਨੀ ਕੀਨ ਸਲਾਮ, ਲੀਨ ਸਕੇਲ ਸਮਾਜ ਤਮਾਮ। ਆਗਿਆ ਮੰਨ ਕੇ ਗੁਰੂ ਸਾਹਿਬ ਜੀਆਂ ਨੂੰ ਲਿਆਉਣ ਵਾਸਤੇ ਰਾਜੀ ਹੋਇਆ ਏ, ਪ੍ਰਸੰਨ ਹੋਇਆ ਏ। ਫਿਰ ਬਾਦਸ਼ਾਹ ਨੂੰ ਸਲਾਮ ਕਰਦਾ ਹੋਇਆ ਸਾਰਾ ਸਮਾਨ, ਸਾਜੋ ਸਮਾਨ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਹੈ ਜੀ। ਕਲਗੀ ਜਿਗਾ ਮੁਕਤ ਕੀ ਮਾਲਾ, ਖੀਨ ਖਾਫ ਪਟ ਜਰੀ ਦੁਸ਼ਾਲਾ। ਬੜੀ ਸੁੰਦਰ ਕਲਗੀ, ਮੋਤੀਆਂ ਦੀ ਮਾਲਾ ਇਤਿਆਦਿਕ ਕਵੀ ਜੀ ਕਹਿੰਦੇ ਨੇ ਖੀਨ ਖਾਫ, ਰੇਸ਼ਮ ਅਤੇ ਜਰੀ ਦੇ ਦੁਸ਼ਾਲੇ ਬਹੁਤ ਕੀਮਤੀ ਔਰ ਸੁੰਦਰ ਭੇਟਾਵਾਂ ਨਾਲ ਲੈ ਲਈਆਂ ਨੇ। ਇੱਥੇ ਇੱਕ ਬੇਨਤੀ ਜ਼ਰੂਰ ਹੈ, ਕਿਉਂਕਿ ਜਦੋਂ ਵੀ ਕਿਸੇ ਵੱਡੇ ਦੇ ਦਰਸ਼ਨਾਂ ਲਈ ਜਾਈਏ ਉਹਦੇ ਤੇ ਦਰਸ਼ਨ ਹੀ ਇਤਨੇ ਮਹਾਨ ਹੁੰਦੇ ਨੇ, ਪਿਆਰ ਵਜੋਂ ਕੁਝ ਨਾ ਕੁਝ ਉਹਨੂੰ ਭੇਟਾ ਕੀਤਾ ਜਾਂਦਾ ਹੈ। ਹਰ ਇੱਕ ਦੀ ਭਾਗਾਂ ਵਿੱਚ ਰਾਜਿਆਂ ਨੂੰ ਮਿਲਣਾ, ਗੁਰੂ ਨੂੰ ਮਿਲਣਾ ਹਰ ਇੱਕ ਦੇ ਨਸੀਬ ਵਿੱਚ ਨਹੀਂ ਹੁੰਦਾ। ਇਸ ਲਈ ਅੱਜ ਵੀ ਜਦੋਂ ਕੋਈ, ਆਪਾਂ ਵੀ ਜਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਉਨੇ ਹਾਂ, ਭਾਵੇਂ ਕੋਈ 2 ਰੁਪਏ ਟੇਕੇ, 5 ਰੁਪਏ ਟੇਕੇ, ਭਾਵੇਂ ਕੋਈ ਤਿਲ ਫੁੱਲ ਲੈ ਕੇ ਆਵੇ, ਆਪਾਂ ਖਾਲੀ ਹੱਥ ਨਹੀਂ ਆਉਂਦੇ। ਬਸ ਇਹੀ ਭਾਵਨਾ ਹੈ, ਸਤਿਗੁਰੂ ਆਪ ਜੀ ਦੇ ਦਰਸ਼ਨ ਇਤਨੇ ਮਹਾਨ ਨੇ, ਇਹਨਾਂ ਦਰਸ਼ਨਾਂ ਤੋਂ ਸਦਕੇ ਜਾਂਦੇ ਹੋਏ ਆਪ ਜੀ ਲਈ ਭੇਟਾ ਲੈ ਕੇ ਆਏ ਹਾਂ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਭਾਵੇਂ ਕੋਈ ਇੱਕ ਕੌਡੀ ਵੀ ਲੈ ਆਵੇ, ਅੰਦਰ ਭਾਵਨਾ ਹੋਵੇ ਦਰਸ਼ਨਾਂ ਦੀ। ਔਰ ਇਹ ਇੱਕ ਰਵਾਇਤ ਹੈ, ਵੱਡੇ ਦੇ ਦਰਸ਼ਨ ਕਰਨ ਜਾਈਏ ਖਾਲੀ ਹੱਥ ਨਹੀਂ ਜਾਈਦਾ। ਸਰੋਹ ਵਿਚਾਰ ਜੀ ਕਹਿੰਦੇ ਨੇ ਬੜੀਆਂ ਭੇਟਾਵਾਂ ਲੈ ਲਈਆਂ ਨੇ, ਔਰ ਇਸ ਪ੍ਰਕਾਰ ਫਿਰ ਜੋ ਵੀ ਕੀਮਤੀ ਸਾਜੋ ਸਮਾਨ ਭੇਟਾ ਕਰਨਾ ਸੀ ਉਹ ਇਕੱਤਰ ਕੀਤਾ ਹੈ। ਅਪਰ ਅਕੋਰ ਜੋਰ ਕਰ ਸਾਰੀ, ਕਿਤਕ ਚਮੂ ਸੰਗ ਕੀਨ ਸਤਿਆਰੀ। ਸਾਰੇ ਨਿਜਰਾਨੇ ਭੇਟਾਵਾਂ ਲੈ ਕਰਕੇ ਨਾਲ ਕੁਝ ਕੁ ਫੌਜ ਵੀ ਤਿਆਰ ਕਰ ਲਈ ਹੈ, ਕੁਝ ਥੋੜੇ ਬਹੁਤੇ ਸਿਪਾਹੀ ਵੀ ਨਾਲ ਚੱਲਣ ਦੇ ਲਈ ਤਿਆਰ ਕੀਤੇ ਹਨ ਜੀ। ਨੀਕੇ ਸਕੁਨ ਭਏ ਪੁਰ ਨਿਕਸੇ, ਹੇਰ ਵਿਚਾਰਤ ਗਮਨਤ ਬਿਕਸੇ। ਬਾਦਸ਼ਾਹ ਖੁਸ਼ ਹੋ ਕੇ ਭੇਜ ਰਿਹਾ ਹੈ। ਜਿਹੜਾ ਵੀ ਕੋਈ ਸੁਣਦਾ ਹੈ ਕਿ 6ਵੇਂ ਪਾਤਸ਼ਾਹ ਜੀ ਦੇ ਵੱਲ ਨੂੰ ਚੱਲੇ ਨੇ, ਸਾਰੇ ਕਹਿੰਦੇ ਨੇ ਬੜੇ ਵੱਡੇ ਭਾਗ ਨੇ। ਸੋ ਕੁੱਲ ਮਿਲਾ ਕੇ ਕਵੀ ਜੀ ਕਹਿੰਦੇ ਨੇ ਵੀ ਸਾਰੇ ਚੰਗੀ ਸ਼ਗਨ ਹੋਏ ਨੇ, ਭਾਵ ਸਭ ਚੰਗਾ ਹੀ ਹੋਇਆ ਹੈ। ਨੀਕੇ ਸਕੁਨ ਭਏ ਪੁਰ ਨਿਕਸੇ, ਨਗਰ ਵਿੱਚੋਂ ਨਿਕਲੇ ਸਾਰਿਆਂ ਨੇ ਸ਼ਾਬਾਸ਼ੀ ਦਿੱਤੀ ਹੈ, ਉਸ ਵੱਡੇ ਦਾਤੇ ਦੇ ਦਰ ਤੇ ਜਾ ਰਹੇ ਹੋ। ਸੋ ਇਹ ਸਭ ਵੇਖ ਵਿਚਾਰ ਕਰਕੇ ਬਹੁਤ ਪ੍ਰਸੰਨ ਹੋ ਕੇ ਇਹ ਗੁਰੂ ਮਹਾਰਾਜ ਜੀਆਂ ਦੇ ਵੱਲ ਨੂੰ ਚੱਲ ਪਏ ਹਨ ਜੀ। ਸਨੇ ਸਨੇ ਮਗ ਉਲੰਘਿਓ ਸਾਰੇ, ਸ਼੍ਰੀ ਅੰਮ੍ਰਿਤਸਰ ਪਹੁੰਚ ਨਿਹਾਰੇ। ਹੌਲੀ ਹੌਲੀ ਲੰਘਦੇ ਲੰਘਦੇ ਪੈਂਡੇ ਨੂੰ ਤੈਅ ਕਰਦੇ ਹੋਏ, ਮੰਜ਼ਲਾਂ ਨੂੰ ਮਾਰਦੇ ਹੋਏ ਉਸ ਪਵਿੱਤਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ, ਉਸ ਪਵਿੱਤਰ ਸ਼੍ਰੀ ਅੰਮ੍ਰਿਤਸਰ ਸਾਹਿਬ ਪਵਿੱਤਰ ਨਗਰ ਵਿੱਚ ਪਹੁੰਚੇ ਨੇ। ਕਵੀ ਜੀ ਕਹਿੰਦੇ ਨੇ ਉਸ ਪਾਵਨ ਧਰਤੀ ਤੇ ਆਖਰ ਪਹੁੰਚ ਗਏ ਹਨ ਜੀ। ਡੇਰਾ ਕਰਕੇ ਸੁਦਾਸਰ, ਖਾਂ ਵਜ਼ੀਰ ਬੁੱਧੀਵਾਨ। ਇੱਕ ਨਰ ਸੁਧਿਤ ਗੁਰੂ ਟਿਗ, ਪਠਿਓ ਸੁਬਾਕ ਬਖਾਨ। ਸਿਆਣਾ ਵਜ਼ੀਰ, ਵਜ਼ੀਰ ਖਾਂ ਬੁੱਧੀਵਾਨ,
ਕਵੀ ਜੀ ਕਹਿੰਦੇ ਨੇ ਉਹਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕਰਕੇ ਸਤਿਗੁਰੂ ਜੀ ਦੇ ਪਾਵਨ ਅਸਥਾਨ ਤੋਂ ਕੁਝ ਦੂਰੀ ਤੇ ਡੇਰਾ ਕੀਤਾ ਹੈ। ਜਿੱਥੇ ਉਤਾਰਾ ਕੀਤਾ ਉੱਥੇ ਡੇਰਾ ਲਾਇਆ ਹੈ। ਇੱਕ ਮਨੁੱਖ ਨੂੰ ਗੁਰੂ ਜੀ ਪਾਸ ਇਹ ਬਚਨ ਕਹਿ ਕੇ ਖਬਰ ਦੇਣ ਵਾਸਤੇ ਭੇਜਿਆ ਹੈ, ਕਰਹੁ ਬੰਦਗੀ ਗੁਰੂ ਅਗਾਰੀ, ਪਠਿਓ ਸ਼ਾਹੋ ਮੈਂ ਪਾਸ ਤੁਮਾਰੀ। ਉਸ ਨੂੰ ਭੇਜਿਆ ਗਿਆ ਵੀ ਜਾ ਕੇ ਗੁਰੂ ਸਾਹਿਬ ਜੀ ਨੂੰ ਬੰਦਨਾ ਕਰੋ। ਬੰਦਨਾ ਕਰਨ ਤੋਂ ਬਾਅਦ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਨੂੰ ਕਹੋ ਕਿ ਬਾਦਸ਼ਾਹ ਨੇ ਮੈਨੂੰ ਤੁਹਾਡੇ ਪਾਸ ਭੇਜਿਆ ਹੈ। ਰਾਵਰ ਕੀ ਰਜਾਏ ਜਿਸ ਕਾਲਾ, ਦੇਹੁ ਦਰਸ਼ਨ ਮੋਹਿ ਕਰਹੁ ਨਿਹਾਲਾ। ਤੇ ਜਦੋਂ ਆਪ ਜੀ ਦੀ ਇੱਛਾ ਹੋਵੇ, ਅਸੀਂ ਆਪ ਜੀ ਦੇ ਪਾਵਨ ਨਗਰ ਵਿੱਚ ਕੁਝ ਦੂਰੀ ਤੇ ਡੇਰੇ ਲਾ ਲਏ ਨੇ। ਉਸ ਮਨੁੱਖ ਨੂੰ ਵਜ਼ੀਰ ਖਾਂ ਕਹਿਣ ਲੱਗਾ ਵੀ ਜਦੋਂ ਸਤਿਗੁਰੂ ਜੀ ਦੀ ਇੱਛਾ ਹੋਵੇ, ਉਹ ਪ੍ਰਸੰਨ ਹੋਣ, ਦਰਸ਼ਨ ਬਖਸ਼ਣ, ਉਸ ਵੇਲੇ ਅਸੀਂ ਉਹਨਾਂ ਦੇ ਦਰਸ਼ਨ ਕਰਾਂਗੇ। ਗਇਓ ਸੋ ਸਿੱਖਨ ਪਾਸ ਸੁਨਾਇਓ, ਤਿਨ ਹੋ ਜਾਏ ਕਰ ਸਕਲ ਬਤਾਇਓ। ਸੋ ਉਹ ਮਨੁੱਖ ਫਿਰ ਸਿੱਖਾਂ ਦੇ ਪਾਸ ਗਿਆ ਹੈ। ਜਾ ਕਰਕੇ ਉਹਨੇ ਸਾਰੀ ਵਿਚਾਰ ਸਿੱਖਾਂ ਨੂੰ ਦੱਸੀ ਹੈ ਬੇਨਤੀ ਰੂਪ ਵਿੱਚ। ਉਹਨਾਂ ਨੇ ਫਿਰ ਸਾਰੀ ਵਿਚਾਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਰੱਖੀ ਹੈ। ਤਾਂ ਇਸ ਪ੍ਰਕਾਰ ਕਵੀ ਜੀ ਕਹਿੰਦੇ ਨੇ, ਸ਼੍ਰੀ ਹਰਗੋਬਿੰਦ ਸੁਨਤ ਬਖਾਨਾ, ਆਜ ਕਰਹੁ ਬਿਸ਼ਰਾਮ ਮਹਾਨਾ। ਜਿਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਨੇ ਸਿੱਖਾਂ ਦੀ ਉਹ ਸਾਰੀ ਵਿਚਾਰ ਸੁਣੀ ਹੈ ਕਿ ਬਾਦਸ਼ਾਹ ਨੇ ਇਸ ਤਰ੍ਹਾਂ ਵਜ਼ੀਰ ਖਾਂ ਨੂੰ ਭੇਜਿਆ ਹੈ, ਉਹਨੇ ਨੇੜੇ ਆ ਕੇ ਡੇਰੇ ਲਾਏ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਭਾਈ ਅੱਜ ਦੀ ਰਾਤ ਉੱਥੇ ਹੀ ਵਿਸ਼ਰਾਮ ਕਰੋ। ਲੰਮਾ ਸਫ਼ਰ ਤੈਅ ਕੀਤਾ ਹੈ, ਰਸਤੇ ਦੀ ਥਕਾਵਟ ਹੈ, ਉਹ ਨੀਂਦਰਾ ਹੈ, ਉਥੇ ਵਿਸ਼ਰਾਮ ਕਰੋ। ਕੱਲ ਨੂੰ ਸ਼ਾਮ ਦੇ ਸਮੇਂ ਆਜ ਕਰੋ ਵਿਸ਼ਰਾਮ ਮਹਾਨਾ, ਫਿਰ ਹੋਏ ਹੈ ਮੇਲ ਹਮਾਰੋ, ਕੱਲ ਹੀ ਸੰਧਿਆ ਸਮੇਂ ਕਰੋ ਇਸ ਟਾਲੇ। ਮਹਾਰਾਜ ਜੀ ਕਹਿੰਦੇ ਕੱਲ ਨੂੰ ਸ਼ਾਮ ਦੇ ਸਮੇਂ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਮਿਲਾਂਗੇ, ਦਰਸ਼ਨ ਦੀਦਾਰ ਬਖਸ਼ਾਂਗੇ। ਗੁਰੂ ਦੇਗ ਤੇ ਰਸਤ ਪੁਚਾਵਹੋ, ਜੇਤਕ ਨਰ ਪ੍ਰਥਮਹਿ ਭਿਖ ਆਵਹੋ। ਇਸ ਪ੍ਰਕਾਰ ਮਹਾਰਾਜ ਜੀਆਂ ਨੇ ਹੁਕਮ ਕੀਤਾ ਹੈ ਸਿੱਖਾਂ ਸੇਵਕਾਂ ਨੂੰ, ਭਾਈ ਇਹ ਜਿੰਨੇ ਵੀ ਪ੍ਰਾਣੀ ਆਏ ਨੇ, ਜਿੰਨੇ ਵੀ ਹਾਕਮ ਪਹੁੰਚੇ ਨੇ, ਇਹਨਾਂ ਸਾਰਿਆਂ ਦੇ ਲਈ ਖਾਸ ਲੰਗਰ ਦਾ ਪ੍ਰਬੰਧ ਕੀਤਾ ਜਾਵੇ। ਭਾਵ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਵੇ, ਹਰ ਪ੍ਰਕਾਰ ਦੀ ਰਸਦ ਦਿੱਤੀ ਜਾਵੇ, ਲੰਗਰ ਪ੍ਰਸ਼ਾਦਾ ਇਹਨਾਂ ਨੂੰ ਦਿੱਤਾ ਜਾਵੇ। ਸੋ ਇੱਥੇ ਇੱਕ ਬਚਨ ਜ਼ਰੂਰ ਵਿਚਾਰਯੋਗ ਹੈ। ਆਪਾਂ ਕਦੇ ਨਹੀਂ ਕਹਿੰਦੇ ਕਿਸੇ ਦਾ ਧਰਮ ਮਾੜਾ ਹੈ, ਕਿਸੇ ਦਾ ਮਤ ਮਾੜਾ ਹੈ, ਪਰ ਇਹ ਗੱਲ ਬੜੇ ਮਾਣ ਦੇ ਨਾਲ ਕਹਿੰਦੇ ਹਾਂ, ਸਾਡਾ ਧਰਮ, ਸਾਡਾ ਸਿੱਖ ਮਤ, ਸਾਡੇ ਗੁਰੂ ਨਾਨਕ ਦਾ ਘਰ ਸ੍ਰਿਸ਼ਟੀ ਵਿੱਚ ਸਭ ਤੋਂ ਮਹਾਨ ਹੈ। ਇੱਥੇ ਕੋਈ ਕਿਸੇ ਦੇ ਪਿਤਾ ਨੂੰ ਮਾੜਾ ਜਾਂ ਮੰਦਾ ਚੰਗਾ ਬੋਲ ਜਾਵੇ ਨਾ, ਤੇ ਅਗਲਾ ਅੱਗੋਂ ਉਹਦੇ ਨਾਲ ਗੱਲ ਪੈਣ ਤਾਈਂ ਜਾਂਦਾ ਹੈ। ਹਾਕਮ ਵੀ ਡਰਦੇ ਸੀ, ਜਹਾਂਗੀਰ ਵੀ ਡਰਦਾ ਸੀ, ਅਸੀਂ ਇੰਨਾ ਕੁਝ ਗੁਰੂ ਸਾਹਿਬ ਜੀ ਦੇ ਪਿਤਾ ਨਾਲ ਕੀਤਾ ਹੈ, ਸਾਡੀ ਕੈਦ ਵਿੱਚ ਉਹ ਸ਼ਹੀਦ ਹੋ ਗਏ, ਨਾ ਜਾਣੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੋਂ ਕਿਵੇਂ ਮਿਲਣਗੇ, ਕੀ ਕਹਿਣਗੇ, ਖੌਰੇ ਸ਼ਰਾਪ ਦੇਣਗੇ। ਪਰ ਗੁਰੂ ਪਾਤਸ਼ਾਹ ਜੀ ਦੀ ਮਹਾਨਤਾ, ਨਿਮਰਤਾ ਹੈ। ਮਹਾਰਾਜ ਜੀ ਕਹਿ ਰਹੇ ਨੇ, ਇਹਨਾਂ ਦੀ ਰਸਦ ਪਾਣੀ ਵਿੱਚ ਕੋਈ ਕਮੀ ਨਾ ਆਵੇ, ਹਰ ਤਰ੍ਹਾਂ ਦੀ ਸੇਵਾ ਕੀਤੀ ਜਾਵੇ। ਦੂਰੋਂ ਚੱਲ ਕੇ ਗੁਰੂ ਨਾਨਕ ਦੇ ਘਰ ਆਏ ਨੇ, ਕਿਸੇ ਵੀ ਤਰ੍ਹਾਂ ਦਾ ਮਨ ਵਿੱਚ ਇਹ ਖਿਆਲ ਹੀ ਨਹੀਂ ਹੈ ਕਿ ਇਹ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਦੇ ਦੋਸ਼ੀਆਂ ਵੱਲੋਂ ਭੇਜੇ ਗਏ ਨੇ। ਕਿਸੇ ਤਰ੍ਹਾਂ ਦਾ ਸਤਿਗੁਰੂ ਦੇ ਮਨ ਵਿੱਚ, ਇਸੇ ਲਈ ਤੇ ਮੇਰੇ ਗੁਰੂ ਨੂੰ ਨਿਰਵੈਰ ਕਿਹਾ ਜਾਂਦਾ ਹੈ।
ਭਾਵੇਂ ਅਗਲੇ ਨੇ ਜਿੰਨਾ ਮਰਜ਼ੀ ਗੁਰੂ ਘਰ ਦਾ ਨੁਕਸਾਨ ਕੀਤਾ ਹੈ, ਰੱਤੀ ਭਰ ਵੀ ਸਤਿਗੁਰੂ ਦੇ ਮਨ ਵਿੱਚ ਵੈਰ ਨਹੀਂ ਹੈ। ਉਹ ਵੀ ਹੈਰਾਨ ਹੋਏ, ਇਤਨੇ ਪਿਆਰ ਦੇ ਨਾਲ ਮਿਲੇ ਨੇ। ਤਰਹ ਵਿਚਾਰ ਜੀ ਕਹਿਣ ਦਾ ਭਾਵ, ਕਵੀ ਜੀ ਕਹਿੰਦੇ ਨੇ ਮਹਾਰਾਜ ਜੀਆਂ ਨੇ ਹੁਕਮ ਕੀਤਾ ਹੈ, ਗੁਰੂ ਦੇਗ ਤੇ ਰਸਤ ਪਹੁੰਚਾਵੋ, ਜੇਤ ਕਿਨਾਰ ਪ੍ਰਥਮੇ ਭਿਖਿਆਵੋ। ਭਾਈ ਵੇਖ ਕੇ ਆਓ ਕਿੰਨੇ ਪ੍ਰਾਣੀ ਨੇ, ਕੀ ਇਹਨਾਂ ਨੂੰ ਜ਼ਰੂਰਤ ਹੈ। ਜਿੱਥੇ ਡੇਰਾ ਲਾਇਆ ਉੱਥੇ ਸਾਰੀ ਰਸਦ ਪਾਣੀ ਔਰ ਜ਼ਰੂਰੀ ਵਸਤਾਂ ਭੇਜ ਦੇਵੋ ਜੀ। ਦੇਹੋ ਤਰੰਗਨ ਕੇ ਹਿਤ ਦਾਨਾ, ਤ੍ਰਿਨ ਆਦ ਸੇਵਾ ਜੇਠਾਨਾ। ਘੋੜਿਆਂ ਵਾਸਤੇ ਦਾਣਾ ਦੇਵੋ, ਘਾਹ ਆਦਿ ਦੀ ਹਰ ਪ੍ਰਕਾਰ ਦੀ ਸੇਵਾ ਕਰੋ। और इस प्रकार सुनकर हुक्म मसंदन तबै, कहियो जथा कीन सत्यम सबै। गुरु महाराज जियां दा हुक्म सुन के उसे वेले फिर मसंदा ने 7 बचन कह के महाराज जी दी आग्या दा पालन करदे होए ओ सारी सेवा दी व्यवस्था कीती है जी। कृपा अपन पर लख कर आछे, सकल सैन जुत लीनत बाछे। ते अपने उत्ते चंगी कृपा वेख के जो अपन पहले ही बचन किया है, वो जिन्नी सैना आई, वजीर खां किंच बेग, किते ना किते सारियां दे मन विच सी। गुरु अर्जन देव जी की शहीदी तो बाद पता नहीं गुरु पातशाह जी किस तरह का वरतावा करनगे, पर कहते ने सतगुरु महाराज जी दे घर दी दया, सतगुरु जी का विशाल हिरदा वेख के वो सारे ही धन गुरु धन गुरु धन गुरु हरगोबिंद साहब जी कह उठे। सारे बड़े प्रसन्न हुए हन जी। सो इस तो अगली विचार ਆਪਾਂ ਕੱਲ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਸਰਵਨ ਕਰਾਂਗੇ ਜੀ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਦ ਉਹਨਾਂ ਦੇ ਨਾਲ ਮਿਲਾਪ ਹੋਵੇਗਾ ਇਹਨਾਂ ਦਾ, ਬਾਦਸ਼ਾਹ ਵੱਲੋਂ ਇਹਨਾਂ ਨੇ ਗੁਰੂ ਮਹਾਰਾਜ ਜੀਆਂ ਨੂੰ ਦਿੱਲੀ ਆਉਣ ਦਾ ਸੱਦਾ ਦੇਣਾ ਹੈ। उधर माता गंगा जी सारियां संगतां गुरु साहब जी दे नाल विचार करनगे, क्योंकि पहले भी जदों हाकमां दे सद्दे ते गुरु अर्जन देव जी महाराज गए सन, फिर ज्योति जोत समा गए, शरीर करके वापस नहीं सन आए। सो हुण इन्हां हाकमां वल्लों गुरु हरगोबिंद साहब जी महाराज जियां नूं बुलावा सद्दा भेजिया गया है। सो ये सारी विचार किवें संगत दी विचार हुंदी है। गुरु महाराज जी इन्हां वजीर खां किंच बेग नूं की अगों पातशाह जी बचन करदे ने, ये सारा आपां कल अमृत वेले दे दीवानां विच सरवण करांगे जी। भुलां चुकां दी क्षमा। आओ बड़े प्यार दे नाल आखिरी पंक्तियां सरवण करो। इत्थे ही समाप्ति है जी। कृपा अपन पर लख कर आछे, सकल सैन जुत लीनत बाछे। खान पान कर सुख को पाए, गुरु सो जस कर निस सुपताए। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। शेरे पंजाब गुरबाणी यूट्यूब चैनल नूं वध तो वध सबसक्राइब करो ते इस ते गुरबाणी शब्द कीर्तन ते इतिहास नाल वध तो वध जुड़ के आनंद माणो ते अपनी जिंदगी नूं सफल करो। वाहिगुरु जी का खालसा, वाहिगुरु जी की फतेह।